Hello students, I am Chandeep Sonia, biology lecturer from Government Senior Secondary School Mehna, District Sangrur। ਬੇਟਾ ਅੱਜ ਆਪਾਂ 6th ਚੈਪਟਰ ਦਾ ਟੌਪਿਕ DNA ਰੈਪਲੀਕੇਸ਼ਨ ਕਰਨ ਜਾ ਰਹੇ ਹਾਂ। ਇਹ ਬਹੁਤ ਇੰਪੋਰਟੈਂਟ ਟੌਪਿਕ ਆ ਅਤੇ ਈਜ਼ੀ ਵੀ ਆ, ਧਿਆਨ ਨਾਲ ਸਮਝਿਓ। ਸਭ ਤੋਂ ਪਹਿਲਾਂ ਤੁਹਾਨੂੰ ਇਹਦੀ ਡੈਫੀਨੇਸ਼ਨ ਬਾਰੇ ਪਤਾ ਹੋਣਾ ਚਾਹੀਦਾ। It is a multi-step complex process in which DNA undergoes to form new DNA। ਮਤਲਬ ਕੀ ਆ, ਇਹ ਇੱਕ ਇੱਦਾਂ ਦੀ ਪ੍ਰੋਸੈਸ ਆ। ਮਲਟੀ ਸਟੈਪ ਮਤਲਬ ਇਹਦੇ ਕਾਫੀ 4-5 ਸਟੈਪਸ ਨੇ। ਕੰਪਲੈਕਸ ਪ੍ਰੋਸੈਸ ਆ ਜਿਹਦੇ ਵਿੱਚ DNA ਨਵਾਂ DNA ਬਣਾਉਂਦਾ, ਇੱਕ DNA ਤੋਂ ਇੱਕ ਹੋਰ DNA, ਜਿਹਨੂੰ ਅਸੀਂ ਡਾਟਰ DNA ਕਹਿੰਦੇ ਹਾਂ। ਕਿਹਦੀ ਹੈਲਪ ਦੇ ਨਾਲ? ਵੇਰੀਅਸ ਐਨਜ਼ਾਈਮੈਟਿਕ ਪ੍ਰੋਸੈਸਿਸ, ਇਟ ਇਜ਼ ਕਾਲਡ DNA ਰੈਪਲੀਕੇਸ਼ਨ। ਤਾਂ ਬੇਟੇ ਆਪਾਂ ਨੇ ਦੇਖੋ, ਮੈਂ ਤੁਹਾਨੂੰ ਇੱਥੇ ਆ ਨੀਚੇ ਡਾਇਗਰਾਮਸ ਬਣਾਈਆਂ ਹੋਈਆਂ ਨੇ, ਆਹ ਵਾਲੀ ਅਤੇ ਆਹ ਵਾਲੀ। ਜਿਹੜੀ ਆਹ ਡਾਇਗਰਾਮ ਆ ਇਹ ਹੈ ਪੇਰੈਂਟ DNA, ਇਹਦੀ ਰੈਪਲੀਕੇਸ਼ਨ ਹੋਈ, ਰੈਪਲੀਕੇਸ਼ਨ ਤੋਂ ਬਾਅਦ ਬਣ ਕੇ ਇਹਦੇ ਤੋਂ ਡਾਟਰ DNA। ਠੀਕ ਹੈ। ਇਸ ਤੋਂ ਬਾਅਦ ਹੈ ਅਕਰੈਂਸ। DNA ਰੈਪਲੀਕੇਸ਼ਨ ਟੇਕਸ ਪਲੇਸ ਡਿਊਰਿੰਗ ਐਸ ਫੇਜ਼ ਆਫ ਸੈੱਲ ਸਾਈਕਲ। ਤਾਂ ਸੈੱਲ ਸਾਈਕਲ ਦੇ ਡਿਫਰੈਂਟ ਫੇਜ਼ਿਸ ਹੁੰਦੇ ਨੇ ਬੱਚੋ। ਤਾਂ ਇਹਦੇ ਐਸ ਫੇਜ਼ ਦੇ ਇਹ ਰੈਪਲੀਕੇਸ਼ਨ ਦੀ ਪ੍ਰੋਸੈਸ ਹੁੰਦੀ ਹੈ। ਠੀਕ ਹੈ ਬੇਟੇ। ਨੈਕਸਟ ਹੈ ਸਾਡੇ ਕੋਲ ਜਿਹੜੇ DNA ਆ ਨਾ ਬੇਟੇ, ਰੈਪਲੀਕੇਸ਼ਨ ਆ ਇਹ ਕਿਸੇ ਖਾਸ ਪੁਆਇੰਟ 'ਤੇ ਸਟਾਰਟ ਹੁੰਦੀ ਆ। ਉਸ ਨੂੰ ਅਸੀਂ ਓਰੀਜਨ ਆਫ ਰੈਪਲੀਕੇਸ਼ਨ ਜਾਂ ORI ਕਹਿੰਦੇ ਆ, ORI। Replication start at particular point called origin of replication। ਜਿਹੜੀ ਪ੍ਰੋਕੈਰੀਓਟਸ ਨੇ, ਬੈਕਟੀਰੀਆ, ਵਾਇਰਲ DNA, ਇਹਨਾਂ ਦੀ ਸਿੰਗਲ ਓਰੀਜਨ ਆਫ ਰੈਪਲੀਕੇਸ਼ਨ ਆ ਬੱਚੇ। ਸਿੰਗਲ ਓਰੀਜਨ ਆਫ ਰੈਪਲੀਕੇਸ਼ਨ ਦੇਖੋ ਤੁਸੀਂ ਇਹਦੇ 'ਚ ਕੀ ਸ਼ੋਅ ਕਰ ਰਹੇ ਹਾਂ ਆਪਾਂ, ਆਹ ਦੇਖੋ ਇੱਥੇ ਮੈਂ ਜਸਟ ਇੱਕ ਪੁਆਇੰਟ ਆਪਾਂ ਸ਼ੋਅ ਕਰ ਰਹੇ ਹਾਂ, ਸਿੰਗਲ ਓਰੀਜਨ ਆਫ ਰੈਪਲੀਕੇਸ਼ਨ। ਬਟ ਇਹ ਵਾਲੀ ਡਾਇਗਰਾਮ ਦੇ ਵਿੱਚ ਇਨ ਯੂਕੈਰੀਓਟਸ DNA ਹੈਜ਼ ਨੰਬਰ ਆਫ ORI। ਕਿਉਂ ਜ਼ਿਆਦਾ ORI ਹੁੰਦੇ ਨੇ ਇਹਦੇ? ਕਿਉਂਕਿ ਇਹਦਾ ਸਾਈਜ਼ ਯੂਕੈਰੀਓਟਸ ਦਾ, ਜਿਵੇਂ ਹਿਊਮਨ ਬੀਂਗਸ ਦੇ ਯੂਕੈਰੀਓਟਸ ਹੋ ਗਏ, ਲਾਰਜ ਸਾਈਜ਼ ਹੁੰਦਾ, DNA ਮਿਕਸਡ ਵਿਦ ਪ੍ਰੋਟੀਨਸ। ਮੇਨ ਐਨਜ਼ਾਈਮ DNA ਰੈਪਲੀਕੇਸ਼ਨ ਲਈ ਕਿਹੜਾ ਹੁੰਦਾ? DNA ਡਿਪੈਂਡੈਂਟ DNA polymerase enzyme। Polymerization of large number of nucleotides very ਮਤਲਬ ਅਕਮੂਲੇਟਿਡ ਇਨ ਵੈਰੀ ਸ਼ੋਰਟ ਟਾਈਮ। ਮਤਲਬ ਕੀ ਆ, ਜਿਹੜੇ ਨਿਊਕਲੀਓਟਾਈਡਸ ਨੇ ਉਹ ਇਸ ਤਰ੍ਹਾਂ ਕਰਕੇ ਇਕੱਠੇ ਹੁੰਦੇ ਰਹਿੰਦੇ ਨੇ, ਜੁੜਦੇ ਰਹਿੰਦੇ। ਥੋੜ੍ਹੀ ਡਿਫਰੈਂਸ ਦੇ ਬਣ ਗਏ, ਸੌਰੀ, ਮੈਂ ਦੱਸਦੀ ਹਾਂ ਦੁਬਾਰਾ ਤੁਹਾਨੂੰ ਬੇਟੇ। ਹਾਂਜੀ ਹਾਂਜੀ, ਨਿਊਕਲੀਓਟਾਈਡਸ ਨੇ ਬੱਚੇ, ਇਹ ਇਕੱਠੇ ਹੁੰਦੇ ਰਹਿੰਦੇ ਨੇ, ਜੁਆਇਨ ਹੁੰਦੇ ਰਹਿੰਦੇ ਨੇ। ਤਾਂ ਜੁਆਇਨ ਹੋਣ ਨੂੰ ਜਿਵੇਂ ਅਟੈਚ ਇਸ ਤਰ੍ਹਾਂ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਪੋਲੀਮਰਾਈਜੇਸ਼ਨ, ਅਟੈਚਮੈਂਟ ਆਫ ਨਿਊਕਲੀਓਟਾਈਡਸ। ਠੀਕ ਹੈ। ਉਸ ਤੋਂ ਅੱਗੇ ਹੈ ਸਾਡੇ ਕੋਲ ਰੈਪਲੀਕੇਸ਼ਨ ਦੇ ਸਟੈਪਸ। ਠੀਕ ਹੈ। ਇਹਦੇ 5 ਸਟੈਪਸ ਨੇ। ਐਕਟੀਵੇਸ਼ਨ ਆਫ ਡੀਆਕਸੀ ਰਾਈਬੋਨਿਊਕਲੀਓਟਾਈਡਸ, ਫਸਟ ਸਟੈਪ ਐਕਸਪੋਜ਼ਰ ਆਫ DNA, ਥਰਡ RNA ਪ੍ਰਾਈਮਰ, ਫੋਰਥ DNA ਪੋਲੀਮਰੇਜ਼ਿਸ, ਫਿਫਥ ਚੇਨ ਫਾਰਮੇਸ਼ਨ। ਇਹਦੇ 5 ਸਟੈਪਸ ਨੇ। ਸਭ ਤੋਂ ਪਹਿਲਾਂ ਤੁਹਾਨੂੰ ਸ਼ਾਰਟ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਬੱਚੇ। ਇਹਦੇ 'ਚ ਕੀ ਆ ਦੇਖੋ, ਐਕਟੀਵੇਸ਼ਨ ਆਫ ਡੀਆਕਸੀ ਰਾਈਬੋਨਿਊਕਲੀਓਟਾਈਡਸ। DNA ਇੱਕ ਰੋਕ ਵਾਂਗੂ ਹੁੰਦਾ, ਜਸਟ ਲਾਈਕ ਏ ਰੋਕ। ਤਾਂ ਇਹਦੇ ਜਿਹੜੇ ਡੀਆਕਸੀ ਰਾਈਬੋਨਿਊਕਲੀਓਟਾਈਡਸ ਨੇ, ਸਭ ਤੋਂ ਪਹਿਲਾਂ ਇਹਨਾਂ ਦਾ ਐਕਟੀਵੇਟ ਹੋਣਾ ਜ਼ਰੂਰੀ ਆ। ਐਕਟੀਵੇਸ਼ਨ ਤੋਂ ਬਾਅਦ ਇਹ ਥੋੜ੍ਹੇ ਇਹਨਾਂ ਦਾ ਐਕਸਪੋਜ਼ਰ ਹੋਗਾ, ਮੀਨਜ਼ ਥੋੜ੍ਹੇ ਖੁੱਲ੍ਹ ਜਾਣਗੇ। ਠੀਕ ਹੈ ਬੇਟੇ। ਥੋੜ੍ਹੇ ਖੁੱਲ੍ਹ ਗਏ, ਜਦੋਂ ਇਹ ਥੋੜ੍ਹੇ ਖੁੱਲ੍ਹ ਜਾਣਗੇ, ਐਕਸਪੋਜ਼ਰ ਆਫ DNA ਸਟ੍ਰੈਂਡ। ਉਸ ਤੋਂ ਬਾਅਦ ਇਹਦਾ ਐਕਸਪੋਜ਼ਰ ਹੋ ਗਿਆ, ਆਹ ਖੁੱਲ੍ਹ ਗਏ। ਨੈਕਸਟ ਸਟੈਪ ਦੇ ਵਿੱਚ ਥੋੜ੍ਹੇ ਇਹ ਇਸ ਤੋਂ ਬਾਅਦ
थोड़े होर खुल गए। ठीक है, ਜਿਹੜੇ ਆਹ ਨੀਚੇ ਆਹ ਇਕੱਠੇ ਹੋਏ, ਜਿਵੇਂ ਇੱਕ ਰੱਸੀ ਇਕੱਠੀ ਹੋ ਜਾਂਦੀ ਹੈ ਨੀਚੋਂ, ਤਾਂ ਇਹਦੇ 'ਚ ਕੀ ਆ, ਇੱਥੇ ਇੱਕ ਟੈਂਸ਼ਨ ਕ੍ਰੀਏਟ ਹੋ ਜੂਗੀ, ਟੈਂਸ਼ਨ। ਠੀਕ ਹੈ, ਉਸ ਤੋਂ ਬਾਅਦ ਜਿਹੜੇ ਆਹ ਉੱਪਰ ਜਿੱਥੋਂ ਐਕਸਪੋਜ਼ਰ ਹੋਇਆ RNA ਪ੍ਰਾਈਮਰ, ਇੱਥੇ RNA ਪ੍ਰਾਈਮਰ ਲੱਗ ਜਾਂਦੇ। ਠੀਕ ਹੈ, ਜਿਹੜੇ RNA ਪ੍ਰਾਈਮਰ ਨੇ ਬੇਟਾ, ਇਹ ਕੀ ਕਰਦੇ ਨੇ, ਨਿਊਕਲੀਓਟਾਈਡ ਨੂੰ ਐਂ ਸਮਝ ਲਓ ਬੁਲਾਉਂਦੇ ਨੇ। ਇੱਥੇ ਨਿਊਕਲੀਓਟਾਈਡ ਹੋ ਜੂ, ਇੱਥੇ ਨਿਊਕਲੀਓਟਾਈਡ, ਇੱਥੇ ਨਿਊਕਲੀਓਟਾਈਡ, ਇੱਥੇ ਇਹਨਾਂ ਦੇ ਵਿੱਚ। ਠੀਕ ਹੈ, ਜਿਵੇਂ ਆਪਾਂ ਨੇ ਇੱਕ ਮਿੰਟ, ਆਹ ਬਲੈਕ ਮੈਂ ਬਣਾਏ ਸੀਗੇ RNA ਪ੍ਰਾਈਮਰ, ਇਹਨਾਂ ਦੇ ਵਿੱਚ ਇੱਥੇ ਫਿਲ ਕਰਨਗੇ ਉਹ ਨਿਊਕਲੀਓਟਾਈਡ। ਤਾਂ ਸਾਰੇ ਜਦੋਂ ਇਹ ਪਹਿਲਾਂ ਇਹ ਤਾਂ ਹੋ ਗਏ ਜਿਵੇਂ ਇਸ ਤਰ੍ਹਾਂ RNA ਪ੍ਰਾਈਮਰ, ਇੱਥੇ ਆ ਗਿਆ ਨਿਊਕਲੀਓਟਾਈਡ, RNA ਪ੍ਰਾਈਮਰ ਇੱਥੇ ਆ ਗਿਆ। ਇਹ ਸਾਰੇ ਆਪਸ 'ਚ ਜੁੜ ਕੇ ਕੀ ਬਣਾ ਲੈਣਗੇ ਬੇਟੇ, ਨਿਊਕਲੀਓਟਾਈਡ ਮਿਲ ਕੇ ਨਵਾਂ DNA ਬਣਾ ਲੈਂਦੇ ਨੇ। ਠੀਕ ਹੈ ਬੱਚੇ, ਤਾਂ ਇਹਦੇ ਵਿੱਚ ਕੀ ਆ, ਹਾਂਜੀ। ਉਸ ਤੋਂ ਬਾਅਦ ਆਪਾਂ ਨੇ ਸਟੈਪ ਬਾਈ ਸਟੈਪ ਕਰਨਾ ਕੰਮ ਅੱਗੇ। ਹਾਂਜੀ, ਸਭ ਤੋਂ ਪਹਿਲਾਂ ਬੱਚੇ ਆਪਾਂ ਕਰਾਂਗੇ ਫਸਟ ਸਟੈਪ, ਐਕਟੀਵੇਸ਼ਨ ਆਫ ਡੀਆਕਸੀ ਰਾਈਬੋ ਨਿਊਕਲੀਓਟਾਈਡਸ। ਇਹਨਾਂ ਦੀ ਐਕਟੀਵੇਸ਼ਨ ਕਿੱਥੇ, ਦੇ ਆਰ ਫਾਊਂਡ ਇਨਸਾਈਡ ਦਾ ਨਿਊਕਲੀਓਪਲਾਜ਼ਮ। They are first phosphorylated and changed to active form। ਪਹਿਲਾਂ ਉਹ ਕਿਹਦੇ ਵਿੱਚ ਚੇਂਜ ਹੋਣਗੇ, ਫਾਸਫੋਰਾਈਲੇਟਿਡ ਹੋਣਗੇ, ਫਿਰ ਐਕਟੀਵੇਟ ਹੋਣਗੇ। ਇਹਨਾਂ ਨੂੰ ਐਕਟੀਵੇਟ ਕੌਣ ਕਰਦਾ, ਐਂਜ਼ਾਈਮ ਫਾਸਫੋਰਾਈਲੇਜ਼। ਠੀਕ ਹੈ, ਆਹ ਡਾਇਗਰਾਮ ਸ਼ੋ ਕੀਤੀ ਹੋਈ ਹੈ ਬੇਟੇ, ਇਹਦੇ 'ਚ ਲੈਗਿੰਗ ਸਟੈਂਡ, ਲੀਡਿੰਗ ਸਟੈਂਡ। ਹਾਂਜੀ, ਆ ਦੇਖੋ ਲੈਗਿੰਗ ਸਟੈਂਡ, ਲੀਡਿੰਗ ਸਟੈਂਡ। ਤਾਂ ਇਹਨਾਂ ਦੀ ਡਿਟੇਲ ਆਪਾਂ ਫੇਰ ਕਰਾਂਗੇ। ਜਿਹੜਾ ਐਂਜ਼ਾਈਮ ਆਹ ਟੋਪੋ ਆਈਸੋਮੀਰੇਜ਼ ਆ ਬੱਚੇ, ਇਹ ਕੀ ਰਿਮੂਵ ਕਰਦਾ, ਜਿਹੜੀ ਆਪਾਂ ਨੇ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਟੈਂਸ਼ਨ। ਠੀਕ ਹੈ ਜੀ, ਉਸ ਤੋਂ ਅੱਗੇ ਨੈਕਸਟ ਸਟੈਪ ਆਊਗਾ ਆਪਣੇ ਕੋਲੇ ਹੁਣ, ਐਕਸਪੋਜ਼ਰ ਆਫ DNA ਸਟ੍ਰੈਂਡ। ਠੀਕ ਹੈ, ਨੈਕਸਟ ਸੈਕਿੰਡ ਸਟੈਪ ਆ, ਐਕਸਪੋਜ਼ਰ ਕੌਣ ਕਰਦਾ, ਇਹਨਾਂ ਨੂੰ ਖੋਲ੍ਹਦਾ ਕੌਣ ਆ, ਅਨਜ਼ਿਪ ਕੌਣ ਕਰਦਾ। ਜਿਵੇਂ ਇੱਕ ਜਿੱਪ ਲਾਈ ਹੁੰਦੀ ਆ ਆਪਾਂ ਨੇ, ਤਾਂ ਉਹਨੂੰ ਖੋਲ੍ਹਦੇ ਆ ਜਿੱਪ ਨੂੰ, ਜਿਵੇਂ ਉਹ ਜਿਹੜਾ ਕੁੰਡਾ ਹੁੰਦਾ ਜਿੱਪ ਦਾ, ਉਹ ਜਿੱਪ ਨੂੰ ਖੋਲ੍ਹਣ ਦੇ ਵਿੱਚ ਹੈਲਪ ਕਰਦਾ। ਤਾਂ ਇਸ ਤਰ੍ਹਾਂ ਹੀ ਜਿਹੜਾ ਐਂਜ਼ਾਈਮ ਹੈਲੀਕੇਜ਼ ਆ, ਉਹ ਇੱਕ ਤਰ੍ਹਾਂ ਨਾਲ ਜਿੱਪ ਦੇ ਕੁੰਡੇ ਵਾਂਗੂ ਕੰਮ ਕਰਦਾ, ਉਹਨੂੰ ਖੋਲ੍ਹਦਾ। ਐਂਜ਼ਾਈਮ ਹੈਲੀਕੇਜ਼ ਐਕਟ ਓਵਰ ਓਰਾਈ। ਠੀਕ ਹੈ ਜੀ, ਐਂਡ ਅਨਜ਼ਿਪ ਦਾ ਟੂ ਸਟੈਂਡਸ। ਤਾਂ ਇਹਦੇ 'ਚ ਕੀ ਹੁੰਦਾ ਕਿ ਜਿਹੜਾ ਐਂਜ਼ਾਈਮ ਹੈਲੀਕੇਜ਼ ਆ ਇੱਥੇ ਸ਼ੋ ਕਰ ਰਿਹਾ ਬੇਟੇ, ਆਹ ਤਾਂ ਇਹ ਇੱਧਰੋਂ ਕੀ ਕਰਦਾ ਜਾਂਦਾ, ਇਹਨੂੰ ਅਨਜ਼ਿਪ ਕਰ ਰਿਹਾ। ਅਤੇ ਦਾ ਸਟੈਂਡ ਸੈਪਰੇਟਿਡ ਬਾਈ DNA ਹੈਲੀਕੇਜ਼ ਐਂਜ਼ਾਈਮ। ਇਹ ਨੀਟ AIPMT ਦੇ ਵਿੱਚ ਵੀ ਕੁਐਸਚਨ ਆਏ ਹੋਏ ਨੇ ਪਹਿਲਾਂ। ਤਾਂ ਇਹਦੇ ਵਿੱਚ ਬੱਚੇ ਹਾਈਡਰੋਜਨ ਬੌਂਡਸ ਵੀ ਫਿਰ ਅਲੱਗ ਹੋ ਜਾਂਦੇ ਨੇ। ਦੇਖੋ ਆਹ ਹਾਈਡਰੋਜਨ ਬੌਂਡ ਸੀ, ਆਹ ਹਾਈਡਰੋਜਨ ਬੌਂਡ ਸੀ, ਆਹ ਇੱਥੇ ਇਹ ਕੀ ਹੋ ਜਾਂਦੀ ਹੈ, ਇਹ ਵੀ ਸੈਪਰੇਟ ਹੋਣ ਲੱਗ ਜਾਂਦੀਆਂ ਨੇ। ਠੀਕ ਹੈ, ਤਾਂ ਆਪਣੇ ਕੋਲੇ ਦੋ ਸਟੈਪਸ ਕਰ ਲਏ ਆਪਾਂ ਨੇ। ਪਹਿਲਾ ਐਕਟੀਵੇਸ਼ਨ ਆਫ ਡੀਆਕਸੀ ਰਾਈਬੋ ਨਿਊਕਲੀਓਟਾਈਡ, ਸੈਕਿੰਡ ਐਕਸਪੋਜ਼ਰ ਆਫ DNA ਸਟ੍ਰੈਂਡਸ, ਐਂਡ ਨੈਕਸਟ ਸਟੈਪ ਆ ਹੈਲੀਕੇਜ਼ ਨੇ ਕੀਤਾ ਇਹ। ਹਾਂ, ਇਹ ਸੌਰੀ ਇਹਦੇ ਵਿੱਚ ਹੀ ਹੋਰ ਦੱਸਣਾ। ਦੇਖੋ ਜਿਹੜੇ ਦੋ ਸਟੈਂਡ ਸੈਪਰੇਟ ਹੋ ਗਏ, ਉਹਨਾਂ ਨੂੰ ਸੈਪਰੇਟ ਹੀ ਰੱਖਣਾ ਚਾਹੁੰਦੇ ਹਾਂ ਆਪਾਂ, ਉਹਨੂੰ ਆਪਾਂ ਸਟੈਬਲਾਈਜ਼ ਕਰਨਾ ਕਹਿੰਦੇ ਹਾਂ। ਨਹੀਂ ਤਾਂ ਬੱਚੇ ਕੀ ਹੋਊਗਾ, ਜਦੋਂ ਅਸੀਂ ਉਹਨੂੰ ਅਲੱਗ ਕੀਤਾ, ਥੋੜ੍ਹੀ ਦੇਰ ਬਾਅਦ ਉਹਦੀਆਂ ਹਾਈਡਰੋਜਨ ਬੌਂਡਸ ਫਿਰ ਜੁੜ ਜਾਣਗੀਆਂ। ਤਾਂ ਉਹਨੂੰ ਸਟੇਬਲ ਕਰਨ ਦੇ ਲਈ, ਉਹਨੂੰ ਅਲੱਗ ਹੀ ਰੱਖਣ ਦੇ ਲਈ ਕਿਹੜਾ ਇੱਕ ਚੀਜ਼ ਯੂਜ਼ ਹੁੰਦੀ ਆ, HD ਪ੍ਰੋਟੀਨ। HD ਪ੍ਰੋਟੀਨ ਮੀਨ ਹੈਲਿਕਸ ਡੀਸਟੈਬਲਾਈਜ਼ਿੰਗ ਪ੍ਰੋਟੀਨ। ਅਨਬਾਈਂਡਿੰਗ ਕ੍ਰੀਏਟ ਟੈਂਸ਼ਨ ਇਨ ਦਾ ਅਨਕੋਇਲਿੰਗ ਪਾਰਟ। ਠੀਕ ਹੈ, ਉੱਪਰੋਂ ਖੁੱਲ੍ਹਣ ਦੇ ਨਾਲ ਜਿਵੇਂ ਆਪਣੇ ਕੋਲੇ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ, ਅਤੇ ਆਹ ਠੀਕ ਹੈ, ਉੱਪਰੋਂ ਅਨਵਾਈਂਡਿੰਗ ਹੋਈ, ਇੱਥੋਂ ਅਨਵਾਈਂਡਿੰਗ ਹੋਈ, ਤਾਂ ਨੀਚੋਂ ਕੀ ਹੋਇਆ,
ਟੈਨਸ਼ਨ ਕ੍ਰੀਏਟ ਹੋ ਗਈ ਹੈ ਇੰਨੀ ਜ਼ਿਆਦਾ, ਠੀਕ ਹੈ। ਇਹਦੇ ਸੁਪਰ ਕੋਇਲਸ ਹੋ ਗਈਆਂ, ਤਾਂ ਟੈਨਸ਼ਨ ਨੂੰ ਕੌਣ ਰਿਲੀਜ਼ ਕਰੂ? ਟੀ ਫॉर ਟੈਨਸ਼ਨ, ਟੀ ਫॉर ਟੋਪੋ ਆਈਸੋਮੀਰੇਜ਼, ਠੀਕ ਹੈ ਬੱਚੇ। ਤਾਂ ਨੈਕਸਟ ਹੈ ਸਾਡੇ ਕੋਲੇ ਹਾਂਜੀ RNA ਪ੍ਰਾਈਮਰਸ। ਤੁਹਾਨੂੰ ਮੈਂ ਪਹਿਲਾਂ ਵੀ ਡਾਇਗਰਾਮ ਬਣਾ ਕੇ ਸਮਝਾਇਆ ਸੀ। ਜਿਹੜੇ RNA ਪ੍ਰਾਈਮਰਸ ਨੇ ਇਹ DNA ਦੀ ਸ਼ੁਰੂਆਤ ਦੇ ਲਈ, ਉਹਦੀ ਇਨੀਸ਼ੀਏਸ਼ਨ ਦੇ ਲਈ ਇਹ ਬਹੁਤ ਹੀ ਇੰਪੋਰਟੈਂਟ ਸਟੈਪ ਆ। RNA primer is a small strand of RNA which synthesized at the 5 end of new DNA strand। किधरों शुरू होगा बेटे? बनना 5' to 3' with the help of enzyme primase। देखो जिमें आह आप एक डायग्राम बना के थोड़ी जी नाल समझने की भी कोशिश करते हैं। देखो इत्थे अनवाइंड होया, इत्थे RNA प्राइमर आ गई, ठीक है। ये हो गया RNA प्राइमर्स, इधर ही शो की हुई है। तो ਜਿਹੜੇ RNA ਪ੍ਰਾਈਮਰਸ ਨੇ ਕਿਹਦੀ ਹੈਲਪ ਦੇ ਨਾਲ ਅੱਗੋਂ ਬਣਾਉਣਾ ਸੀ DNA ਸਟੈਂਡ ਸਿੰਥਸਾਈਜ਼ ਕਰਨਾ ਸ਼ੁਰੂ ਕਰਦੇ ਨੇ 5' ਐਂਡ ਤੇ RNA ਵਿਦ ਦਾ ਐਂਜ਼ਾਈਮ ਪ੍ਰਾਈਮੇਜ਼, ਠੀਕ ਹੈ ਬੇਟੇ। ਨੈਕਸਟ ਹੈ ਸਾਡੇ ਕੋਲੇ ਹਾਂਜੀ, ਇਹਦੇ 'ਚ ਬੱਚੇ ਆ ਦੇਖੋ, ਇਹ ਡਾਇਗਰਾਮ ਵੀ ਬਿਲਕੁਲ ਕਲੀਅਰ ਕੱਟ ਸ਼ੋ ਕਰ ਰਹੀ ਹੈ। ਬਹੁਤ ਵਧੀਆ ਡਾਇਗਰਾਮ ਆ, ਇਹ ਤੋਂ ਬਹੁਤ ਕੁਝ ਤੁਹਾਨੂੰ ਸਮਝ ਆਊਗਾ। ਤੁਹਾਨੂੰ ਮੈਂ ਬਾਰ-ਬਾਰ ਕੀ ਕਹਿੰਦੀ ਸੀ, ਜਿਹੜਾ ਮੇਨ ਸਟੈਂਡ ਹੁੰਦਾ ਉਹਨੂੰ ਅਸੀਂ ਪੇਰੈਂਟ ਜਾਂ ਟੈਂਪਲੇਟ ਸਟੈਂਡ ਕਹਿੰਦੇ ਆ, ਹੈ ਨਾ। ਅਤੇ ਆਈ ਡਾਇਗਰਾਮ ਉੱਪਰ ਬਣਾਈ ਹੋਈ ਹੈ। ਜਦੋਂ ਆਹ ਇਹਦੇ ਨਾਲ ਇਸ ਜਗ੍ਹਾ 'ਤੇ ਕੰਟੀਨਿਊਸਲੀ ਬਿਨਾਂ ਕਿਸੇ RNA ਪ੍ਰਾਈਮਰ ਲਗਾਤਾਰ ਇੱਕ DNA ਸਟੈਂਡ ਬਣਾ ਲੂਗਾ, ਇਹਦੇ ਕੰਪਲੀਮੈਂਟਰੀ ਇੱਥੇ ਬੇਸ ਪੇਅਰਸ ਬਣਾ ਕੇ। ਤਾਂ ਇਹ ਵਾਲਾ ਜਿਹੜਾ ਬਿਲਕੁਲ ਕੰਟੀਨਿਊ ਸਟੈਂਡ ਹੁੰਦਾ ਜਿਵੇਂ ਆਹ, ਤਾਂ ਇਹਨੂੰ ਅਸੀਂ ਕੀ ਕਹਾਂਗੇ ਬੇਟਾ? ਲੀਡਿੰਗ ਸਟੈਂਡ। ਕਿਹੜਾ ਸਟੈਂਡ? ਲੀਡਿੰਗ ਸਟੈਂਡ। ਤਾਂ ਦੂਜੀ ਸਾਈਡ 'ਤੇ ਜਿਹੜੇ RNA ਪ੍ਰਾਈਮਰ ਸੀ ਇਹ ਥੋੜ੍ਹੇ ਡਿਫਰੈਂਸ 'ਤੇ ਪਏ ਨੇ, ਅਤੇ ਇਹਨਾਂ ਨੂੰ ਅਸੀਂ ਓਕਾਜ਼ਾਕੀ ਫਰੈਗਮੈਂਟਸ ਕਹਿੰਦੇ ਹਾਂ। ਜਿਹੜੇ ਫਰੈਗਮੈਂਟਸ ਮਿਲਦੇ ਨੇ ਓਕਾਜ਼ਾਕੀ ਫਰੈਗਮੈਂਟਸ, ਇੱਕ ਚਾਈਨੀਜ਼ ਸਾਇੰਟਿਸਟ ਨੇ ਇਹਦੇ ਬਾਰੇ ਦੱਸਿਆ ਸੀ। ਤਾਂ ਇਹਦੇ ਵਿੱਚ ਓਕਾਜ਼ਾਕੀ ਫਰੈਗਮੈਂਟਸ ਨੇ, ਇਹ ਫਿਰ ਕੀ ਕਰਨਗੇ ਬੇਟਾ? ਨਿਊਕਲੀਓਟਾਈਡਸ ਨੂੰ ਬੁਲਾਉਣਗੇ। ਪਰ ਜਿਹੜਾ ਇਹਨਾਂ ਦੇ ਵਿੱਚ ਗੈਪ ਰਹਿ ਜੂਗਾ ਇੱਥੇ, ਇਸ ਗੈਪ ਨੂੰ ਕਿਹੜਾ ਐਂਜ਼ਾਈਮ ਫਿਲ ਕਰੂਗਾ? ਲਾਈਗੇਜ਼, ਠੀਕ ਹੈ। ਮਤਲਬ ਕੀ ਹੈ ਕਿ ਜਿਹੜੇ ਫਰੈਗਮੈਂਟਸ ਦੇ ਵਿੱਚ ਜਦੋਂ DNA ਦਾ ਨਵਾਂ ਸਟੈਂਡ ਬਣੂਗਾ ਉਹਨੂੰ ਅਸੀਂ ਕੀ ਕਹਾਂਗੇ? ਓਕਾਜ਼ਾਕੀ ਫਰੈਗਮੈਂਟਸ, ਠੀਕ ਹੈ। ਤਾਂ ਜਦੋਂ ਇਹ ਕੰਟੀਨਿਊਸਲੀ ਬਣੂਗਾ ਉਹ ਲੀਡਿੰਗ ਸਟੈਂਡ, ਜਦੋਂ ਟੁਕੜਿਆਂ 'ਚ ਬਣੂਗਾ ਲੈਗਿੰਗ ਸਟੈਂਡ। ਓਕੇ, ਹਾਂਜੀ ਕਲੀਅਰ। ਨੈਕਸਟ ਆ ਸਾਡੇ ਕੋਲੇ ਨੈਕਸਟ ਸਟੈਪ ਆ ਗਿਆ ਹੁਣ DNA ਪੋਲੀਮਰੇਸਿਸ। ਬੇਟੇ ਪ੍ਰੋਕੈਰੀਓਟਸ ਦੇ ਵਿੱਚ 3 DNA ਪੋਲੀਮਰੇਜ਼ ਨੇ, 1 2 ਐਂਡ 3। ਜਿਹੜਾ DNA ਪੋਲੀਮਰੇਜ਼ 1 ਆ ਉਹ ਕਿਸੇ ਵੀ ਐਂਜ਼ਾਈਮ ਦੀ ਰਿਪੇਅਰ ਕਰਦਾ, ਜਿਹੜਾ 3 ਆ ਉਹ DNA ਦੀ ਰੈਪਲੀਕੇਸ਼ਨ 'ਚ ਇਨਵੋਲਵ ਹੁੰਦਾ। 2 ਬਾਰੇ ਅਸੀਂ ਜ਼ਿਆਦਾ ਕੁਛ ਲੋੜ ਨਹੀਂ ਹੁੰਦੀ, ਇਹਦੇ ਬਾਰੇ ਆਪਾਂ ਕੋਈ ਸਟੱਡੀ ਨਹੀਂ ਕਰਨੀ। ਤਾਂ ਇਨ ਯੂਕੈਰੀਓਟਸ 5 ਟਾਈਪਸ ਆਫ DNA ਪੋਲੀਮਰੇਜ਼, 3 ਮੇਜਰ ਅਤੇ 2 ਮਾਈਨਰ। ਆਪਾਂ ਇੱਥੇ ਮੇਜਰ ਬਾਰੇ ਪੜ੍ਹਾਂਗੇ, ਐਲਫਾ, ਡੈਲਟਾ ਅਤੇ ਐਪਸਾਈਲਿਨ। ਐਲਫਾ, ਡੈਲਟਾ, ਐਪਸਾਈਲਿਨ। ਓਕੇ ਬੇਟਾ। ਤਾਂ ਨੈਕਸਟ ਆ ਜਿਹੜੀ ਪੋਲੀਮਰੇਜ਼ ਐਲਫਾ, ਇਹ ਕੀ ਕਰਦਾ? ਰੈਪਲੀਕੇਸ਼ਨ ਕਿਹਦੀ ਕਰਦਾ ਬੱਚੇ? ਲੀਡਿੰਗ ਸਟੈਂਡ ਦੀ, ਠੀਕ ਹੈ ਜੀ। ਤਾਂ ਜਿਹੜਾ ਐਪਸਾਈਲਿਨ ਆ ਇਹ ਕਰਦਾ ਸਿੰਥੇਸਿਸ ਆਫ ਲੈਗਿੰਗ ਸਟੈਂਡ, ਠੀਕ ਹੈ। ਅੱਗੇ ਲਾਸਟ ਸਟੈਪ ਆ ਚੇਨ ਫਾਰਮੇਸ਼ਨ। ਫॉर द चेन फॉर्मेशन पॉलीमरेज 2 पॉलीमरेजिज ਜਿਹੜੇ ਮੈਂ ਸਿੰਬਲ ਬਣਾਏ ਨੇ ਦੇਖੋ, ਇਜ਼ ਰਿਕੁਆਇਰਡ ਇਨ ਯੂਕੈਰੀਓਟਸ।
ठीक है। ਇਹਦੇ 'ਚ ਕੀ ਹੈ, ਡੈਲਟਾ ਤੇ ਐਪਸਾਈਲਨ, ठीक है, इज रिक्वायर्ड इन यूकैरियोट्स। ਤਾਂ ਬੱਚਿਓ ਇਹਦੇ ਵਿੱਚ ਕੀ ਹੁੰਦਾ, in the presence of magnesium, ATP and DNA polymerase 3, the adjacent nucleotides present attached to nitrogen base of each template of DNA strand। ਇਹਨਾਂ ਤਿੰਨ ਦੀ ਪ੍ਰੈਜ਼ੈਂਸ ਦੇ ਵਿੱਚ ਜਿਹੜੇ ਨਿਊਕਲੀਓਟਾਈਡ ਸੀ ਉਹ ਨਾਈਟ੍ਰੋਜਨ ਬੇਸ ਦੇ ਨਾਲ ਅਟੈਚ ਹੋ ਕੇ ਟੈਂਪਲੇਟ ਸਟ੍ਰੈਂਡ ਦੇ DNA ਨਾਲ ਅਟੈਚ ਹੋ ਜਾਣਗੇ ਅਤੇ ਨਵਾਂ DNA ਬਣ ਜੂ। ਦੇ ਐਸਟੈਬਲਿਸ਼, ਫਿਰ ਉਸ ਤੋਂ ਬਾਅਦ ਕੀ ਉਹ ਫਾਸਫੋਡਾਈਐਸਟਰ ਬੌਂਡਸ ਬਣ ਜਾਣਗੀਆਂ, ਗੈਟ ਲਿੰਕਡ ਟੂ ਫਾਰਮ ਰੈਪਲੀਕੇਟਿਡ DNA ਸਟੈਂਡ। ਅਤੇ ਇੱਥੇ ਰੈਪਲੀਕੇਸ਼ਨ ਸਾਡੇ ਕੋਲ ਕੰਪਲੀਟ ਹੋ ਗਈ ਬੇਟੇ। ਤਾਂ ਇੱਕ ਮੈਂ ਛੋਟੀ ਜਿਹੀ ਵੀਡੀਓ ਸਿਲੈਕਟ ਕੀਤੀ ਸੀ, ਜਿਹੜਾ ਸਾਰਾ ਸਮਝਾਇਆ ਤੁਹਾਨੂੰ ਉਹਦੀ ਸਮਰੀ ਜੀ ਆ, ਬਹੁਤ ਧਿਆਨ ਨਾਲ ਦੇਖਿਓ। ਹੁਣ ਆਪਾਂ ਨੈਕਸਟ ਪਹਿਲਾਂ ਸੌਰੀ ਆਹ ਡਾਇਗਰਾਮ NCERT ਦੀ ਹੈ, ਪਹਿਲਾਂ ਇੱਥੋਂ ਇਹਦੇ ਬਾਰੇ ਵੀ ਕਲੀਅਰ ਕਰ ਲਓ। ਪਿੱਛੇ ਡਾਇਗਰਾਮ ਸੇਮ ਕੀਤੀ ਆ ਆਪਾਂ ਨੇ। ਦੇਖੋ ਬੇਟੇ, ਇਹ ਇੱਕ ਬਲੈਕ ਵਾਲਾ ਪੈਰੈਂਟਲ ਸਟੈਂਡ ਸ਼ੋਅ ਕਰ ਰਹੇ ਆ, ਅਤੇ ਜਿਹੜੇ ਰੈੱਡ ਵਾਲਾ ਲੀਡਿੰਗ ਸਟੈਂਡ ਇੱਧਰ, ਇਹ ਇੱਕ ਮਿੰਟ, ਆਹ ਵਾਲਾ ਇਹ ਲੀਡਿੰਗ ਸਟੈਂਡ ਹੈ, ਕੰਟੀਨਿਊਸ ਬਣਿਆ ਹੋਇਆ। ਤਾਂ ਇੱਧਰ ਕੀ ਆਹ ਫਰੈਗਮੈਂਟਸ ਦੇ ਵਿੱਚ ਬਣ ਰਿਹਾ ਆਹ ਵਾਲਾ, ਇਹ ਹੈਗਾ ਲੈਗਿੰਗ ਸਟੈਂਡ। ਅਤੇ ਇਹ 5' ਤੋਂ ਆਲਵੇਜ਼ ਕਿੱਧਰ ਤੋਂ ਕਿੱਧਰ ਬਣਦੇ ਨੇ, 5' to 3', ਸੌਰੀ ਉਲਟ ਕਰ, ਹਾਂਜੀ। ਇਹ ਵੀ ਆ ਦੇਖੋ ਇਸ ਤਰ੍ਹਾਂ 5' to 3', ਇਹ ਵੀ 5' to 3', ਆਹ ਵਾਲਾ, ਠੀਕ ਹੈ। ਤਾਂ ਇਹ ਸਿੰਥੇਸਿਸ ਕਿਵੇਂ ਹੋਊਗੀ, 5' to 3'। ਲੀਡਿੰਗ ਸਟੈਂਡ ਇਜ਼ ਫਾਰਮਡ ਕੰਟੀਨਿਊਸਲੀ in 5' to 3' ਡਾਇਰੈਕਸ਼ਨ। ਲੈਗਿੰਗ ਸਟੈਂਡ ਇਜ਼ ਫਾਰਮਡ ਇਨ ਸੈਕਸ਼ਨ, ਜਿਹਨੂੰ ਅਸੀਂ ਕੀ ਕਿਹਾ ਸੀ, ਓਕਾਜ਼ਾਕੀ ਫਰੈਗਮੈਂਟਸ। ਇਹ ਵੀ in 5' to 3' ਡਾਇਰੈਕਸ਼ਨਸ। ਅਤੇ ਇਹਨਾਂ ਨੂੰ ਵਿੱਚੋਂ ਜੋੜਦਾ ਕੌਣ ਸੀ, DNA ਲਾਈਗੇਜ਼ ਐਨਜ਼ਾਈਮ, ਹੈ ਨਾ। ਇਹ ਹੋ ਚੁੱਕੀ NCERT ਦੀ ਡਾਇਗਰਾਮ ਆ ਬੱਚੇ। ਅਤੇ ਨੈਕਸਟ ਆਪਾਂ ਡਿਫਰੈਂਸ ਕਰਾਂਗੇ। ਤੁਸੀਂ ਆਰਾਮ ਨਾਲ ਦੇਖੋ ਡਾਇਗਰਾਮ ਤੋਂ ਸਾਰਾ ਕੁਝ ਤੁਹਾਨੂੰ ਸਾਰੇ ਪੁਆਇੰਟਸ ਆਉਂਦੇ ਨੇ। ਲੀਡਿੰਗ ਸਟੈਂਡ 'ਚ ਕੀ ਸੀ, ਰੈਪਲੀਕੇਟਿਵ ਸਟੈਂਡ ਆਫ DNA ਵਿਚ ਗਰੋਜ਼ ਕੰਟੀਨਿਊਸਲੀ ਵਿਦਾਊਟ ਐਨੀ ਗੈਪ, ਕੋਈ ਗੈਪ ਨਹੀਂ ਹੁੰਦਾ। ਇਟਸ ਗਰੋਥ ਇਜ਼ ਕੰਟੀਨਿਊਸ। ਲੀਡਿੰਗ ਸਟੈਂਡ ਦੇ ਵਿੱਚ ਲਾਈਗੇਜ਼ ਦੀ ਆਪਣੇ ਕੋਲ ਜ਼ਰੂਰਤ ਨਹੀਂ ਸੀ, ਹੈ ਨਾ, ਲਾਈਗੇਜ਼ ਐਨਜ਼ਾਈਮ ਦੀ ਜ਼ਰੂਰਤ ਨਹੀਂ ਸੀ। ਤਾਂ ਇਹਦੇ ਵਿੱਚ 3 ਪੁਆਇੰਟਸ ਆ ਗਏ ਜਿਹੜੇ ਤੁਸੀਂ ਆਲਰੇਡੀ ਚੰਗੀ ਤਰ੍ਹਾਂ ਕੀਤੇ ਹੋਏ ਨੇ। ਲਾਈਗੇਜ਼ ਐਨਜ਼ਾਈਮ ਦੀ ਜ਼ਰੂਰਤ ਨਹੀਂ। ਇਸ ਸਾਈਡ ਲੈਗਿੰਗ ਸਟੈਂਡ 'ਚ ਕੀ ਸੀ, ਇਹ ਰੈਪਲੀਕੇਟਿਡ ਸਟੈਂਡ ਆਫ DNA ਵਿਚ ਇਜ਼ ਫਾਰਮਡ ਇਨ ਸ਼ਾਰਟ ਸੈਗਮੈਂਟ ਓਕਾਜ਼ਾਕੀ ਫਰੈਗਮੈਂਟਸ। ਇਹ ਕੰਟੀਨਿਊਸ ਆ, ਦੇਖੋ ਇਸ ਤਰ੍ਹਾਂ ਡਿਸਕੰਟੀਨਿਊਸ ਸੀ ਨਾ, ਇਟ ਇਜ਼ ਡਿਸਕੰਟੀਨਿਊਸ। ਤਾਂ ਇਹਨਾਂ ਨੂੰ ਜੋੜਨ ਦੇ ਲਈ ਕੀ ਚਾਹੀਦਾ ਸੀ, DNA ਲਾਈਗੇਜ਼। ਹੋ ਗਿਆ ਜੀ, ਹਾਂਜੀ। ਹੁਣ ਮੈਂ ਜਿਹੜੀ ਤੁਹਾਨੂੰ ਵੀਡੀਓ ਕਹਿ ਰਹੀ ਸੀ, ਇੱਥੇ ਵੀਡੀਓ ਦਿਖਾਉਂਦੇ ਆ, ਸਾਰੀ ਸਮਰੀ ਹੈ ਬੇਟੇ, ਬਹੁਤ ਧਿਆਨ ਨਾਲ ਸੁਣਿਓ। ਇਹ ਵੀਡੀਓ ਬਾਏ ਇੱਕ ਸਾਇੰਟਿਸਟ ਨੇ, ਇਹ ਜਿਹਨੇ ਵੀਡੀਓ ਬਣਾਈ ਆ, ਆਪਾਂ ਉਹਦਾ ਉੱਪਰ ਨਾਮ ਤਾਂ ਹੀ ਦੇਤਾ ਕਿ ਉਹਨਾਂ ਦੀ ਵੀ ਫੇਮ ਹੋਣੀ ਚਾਹੀਦੀ ਆ। ਹਾਂਜੀ, DNA ਰੈਪਲੀਕੇਸ਼ਨ, ਧਿਆਨ ਨਾਲ ਸੁਣੋ। DNA is a molecule made up of 2 strands, twisted around each other in a double helix shape. Each strand is made up of a sequence of 4 chemical bases, represented by the letters A, C, G, and T. The 2 strands are complementary. This means that wherever there's a T in one strand, there will be an A in the opposite strand, and wherever there's a C, there will be a G in the other strand. Each strand has a 5' end and a 3' end. The 2 strands run in opposite directions. This determines how each strand of DNA is replicated. The first step in DNA replication is to separate the 2 strands. This unzipping is done by an enzyme called helicase and results in the formation of a replication fork. The separated strands each provide a template for creating a new strand of DNA.
An enzyme called primase starts the process. This enzyme makes a small piece of RNA called a primer. This marks the starting point for the construction of the new strand of DNA. An enzyme called DNA polymerase binds to the primer and will make the new strand of DNA. DNA polymerase can only add DNA bases in one direction, from the 5' end to the 3' end. One of the new strands of DNA, the leading strand, is made continuously, the DNA polymerase adding bases one by one in the 5' to 3' direction. The other strand, the lagging strand, cannot be made in this continuous way because it runs in the opposite direction. The DNA polymerase can therefore only make this strand in a series of small chunks called Okazaki fragments. Each fragment is started with an RNA primer. DNA polymerase then adds a short row of DNA bases in the 5' to 3' direction. The next primer is then added further down the lagging strand. Another Okazaki fragment is then made, and the process is repeated again. Once the new DNA has been made, the enzyme exonuclease removes all the RNA primers from both strands of DNA. Another DNA polymerase enzyme then fills in the gaps that are left behind with DNA. Finally, the enzyme DNA ligase seals up the fragments of DNA in both strands to form a continuous double strand. DNA replication is described as semi-conservative because each DNA molecule is made up of one old, conserved strand of DNA and one new one. क्लीयर बेटा वीडियो तो बहुत कुछ क्लीयर होया नैक्सट आप MCQ करते हैं विच ऑफ द फॉलोइंग एंजाइम्स आर यूज टू जॉइन DNA ਕਿਹੜਾ एंजाइम यूज ਹੁੰਦਾ सोचो बेटे ਲਾਈਗੇਸ ਪ੍ਰਾਈਮੇਸ ਪੋਲੀਮਰੇਸ ਜਾਂ ਐਂਡੋਨਿਊਕਲੀਅਸ ਤੁਹਾਨੂੰ ਦੱਸਿਆ ਸੀ ਇਟਸ ਲਾਈਗੇਸ ਨੈਕਸਟ ਆ ਓਕਾਜ਼ਾਕੀ ਫਰੈਗਮੈਂਟਸ ਇਨ DNA ਚੇਨ ਗਰੋਥ ਓਕਾਜ਼ਾਕੀ ਫਰੈਗਮੈਂਟਸ ਨੇ ਜਿਹੜੇ ਉਹ ਕਿਵੇਂ DNA ਦੀ ਚੇਨ 'ਚ ਕਿਵੇਂ ਗਰੋ ਕਰਦੇ ਨੇ ਟਰਾਂਸਕ੍ਰਿਪਸ਼ਨ ਗਲਤ ਆ ਪੋਲੀਮਰਾਈਜੇਸ਼ਨ ਇਨ 3' to 5' नो प्रूफ सैमी कंजर्वेटिव नेचर नहीं बेटे पॉलीमराइज्ड 5' to 3' ठीक है 5' to 3' ए वाला आंसर है डी सही है ठीक है नैक्सट अपने को थर्ड क्वेश्चन है मैथड ऑफ DNA replication in which two strands of DNA separate and synthesize new strands ਇਹਦੇ ਵਿੱਚ ਥਰਡ ਕੁਐਸਚਨ ਦੇ ਵਿੱਚ ਤੁਹਾਨੂੰ ਆਪਾਂ ਬਾਰ ਕੀਤਾ ਸੈਮੀ ਕੰਜ਼ਰਵੇਟਿਵ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਵੀ ਕੀਤਾ ਸੀ ਸਲਸਨ ਐਂਡ ਸਟਾਲ ਦੇ ਵਿੱਚ ਵੀ ਸੈਮੀ ਕੰਜ਼ਰਵੇਟਿਵ ਨੇਚਰ ਇਹਨਾਂ ਦੀ ਪ੍ਰੂਵ ਕੀਤੀ ਸੀ ਡਿਊਰਿੰਗ ਦਾ DNA ਰੈਪਲੀਕੇਸ਼ਨ ਦਾ ਸਟੈਂਡ ਸੈਪਰੇਟਿਡ ਬਾਏ ਸਟੈਂਡ ਸੈਪਰੇਟ ਕਿਹਦੇ ਨਾਲ ਹੁੰਦੇ ਨੇ ਬੱਚੇ ਸਟੈਂਡਸ ਆਰ ਸੈਪਰੇਟਿਡ ਬਾਏ ਕੌਣ ਇਹਨਾਂ ਨੂੰ ਸੈਪਰੇਟ ਕਰਦਾ ਹੈਲੀਕੇਸ ਹੈ ਨਾ ਅਨਜ਼ਿਪ ਕਰਦਾ ਜਿਹੜਾ ਹੁੰਦਾ ਹੈ ਹੈਲੀਕੇਸ ਹਾਂਜੀ एक्सपेरिमेंटल मटीरियल इन द स्टडी ऑफ DNA रेप्लिकेशन हैज़ बीन बच्चे ई कोलाई याद रखियो ई कोलाई नेक्स्ट है DNA रेप्लिकेशन इज कंजर्वेटिव एंड डिसकंटिन्यूस सेमी कंजर्वेटिव एंड सेमी डिसकंटिन्यूस सेमी कंजर्वेटिव एंड डिसकंटिन्यूस कंजर्वेटिव ਇਹਦਾ आंसर है बच्चे ਤੁਹਾਨੂੰ पूरी क्लैरिटी है ਇਹਦੇ ਬਾਰੇ नहीं हो तो मैं तो दोबारा पूछ लियो हाँ जी कोशिश है कि ਤੁਹਾਨੂੰ समझ आया होगा थैंक्स फॉर वाचिंग ओके बेटा ध्यान नाल पढ़ लियो नोट्स बनायो तो मैनू फीडबैक दियो